subscribe this channel. ਹੈਲੋ एवरीवन, ਕਿਵੇਂ ਹੋ ਸਾਰੇ? ਵਧੀਆ, ਠੀਕ ਠਾਕ। ਅੱਜ ਦਾ ਆਪਣਾ ਟੌਪਿਕ ਹੈਗਾ ਹਾਈਵ ਦੀ ਇੰਸਟਾਲੇਸ਼ਨ। ਲਾਸਟ ਵੀਡੀਓ 'ਚ ਆਪਾਂ ਕੀ ਕੀਤਾ ਸੀ, ਹਾਈਵ ਦੀ ਇੰਟਰੋਡਕਸ਼ਨ ਕੀਤੀ ਸੀ, ਹਾਈਵ ਦੀ ਵਰਕਿੰਗ ਔਰ ਉਹਦਾ ਆਰਕੀਟੈਕਚਰ ਕੀਤਾ ਸੀ ਕਿ ਹਾਈਵ ਹੁੰਦਾ ਕੀ ਹੈ। ਹੁਣ ਆਪਾਂ ਹਾਈਵ ਜਿਹੜਾ ਸੌਫਟਵੇਅਰ ਉਹਨੂੰ ਆਪਣੇ ਕੰਪਿਊਟਰ ਦੇ ਵਿੱਚ ਇੰਸਟਾਲ ਕਰਨਾ, ਉਹ ਕਿਵੇਂ ਕਰਨਾ। ਸਭ ਤੋਂ ਪਹਿਲਾਂ ਕੀ ਕਰਦੇ ਹੁੰਦੇ, ਸਭ ਤੋਂ ਪਹਿਲਾਂ ਆਪਾਂ ਚੈੱਕ ਕਰਾਂਗੇ ਵੈਰੀਫਾਈਂਗ ਜਾਵਾ ਇੰਸਟਾਲੇਸ਼ਨ। ਵੀ ਮਤਲਬ ਕਿ ਆਪਾਂ ਦੇਖਣਾ ਹੈ ਵੀ ਜਿਹੜੀ ਹਾਈਵ ਹੈ ਉਹਦੇ ਵਾਸਤੇ ਆਪਾਂ ਨੂੰ ਸਭ ਤੋਂ ਪਹਿਲਾਂ ਜਾਵਾ ਆਪਣੇ ਕੰਪਿਊਟਰ ਦੇ ਵਿੱਚ ਇੰਸਟਾਲ ਹੋਣੀ ਬਹੁਤ ਜ਼ਰੂਰੀ ਹੈ। ਠੀਕ ਹੈ, ਸਭ ਤੋਂ ਪਹਿਲਾਂ ਚੈੱਕ ਕਰਾਂਗੇ ਵੀ ਜਾਵਾ ਇੰਸਟਾਲ ਹੈਗੀ ਹੈ ਜਾਂ ਨਹੀਂ। ਜੇ ਤਾਂ ਜਾਵਾ ਇੰਸਟਾਲ ਹੈ ਫਿਰ ਤਾਂ ਠੀਕ ਹੈ, ਅਦਰਵਾਈਜ਼ ਕੀ ਕਰਾਂਗੇ ਆਪਾਂ ਜਾਵਾ ਜਿਹੜਾ ਸੌਫਟਵੇਅਰ ਹੈ ਉਹਨੂੰ ਡਾਊਨਲੋਡ ਕਰਾਂਗੇ ਔਰ ਉਹਨੂੰ ਇੰਸਟਾਲ ਕਰਾਂਗੇ ਆਪਣੇ ਕੰਪਿਊਟਰ ਸਿਸਟਮ ਦੇ ਵਿੱਚ। ਠੀਕ ਹੈ, ਸੈਕਿੰਡ ਸਟੈਪ ਕੀ ਹੈ, ਉਸ ਤੋਂ ਬਾਅਦ ਆਪਾਂ ਕਰਾਂਗੇ ਵੈਰੀਫਾਈਂਗ ਹਡੂਪ ਇੰਸਟਾਲੇਸ਼ਨ। ਠੀਕ ਹੈ, ਹਡੂਪ ਆਪਾਂ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ ਆਪਣੇ ਸਿਸਟਮ ਦੇ ਵਿੱਚ ਹਾਈਵ ਇੰਸਟਾਲ ਕਰਨ ਤੋਂ ਪਹਿਲਾਂ। ਠੀਕ ਹੈ, ਸੋ ਸੇਮ ਆਪਾਂ ਜਾਵਾ ਦੀ ਤਰ੍ਹਾਂ ਹਡੂਪ ਵੀ ਡਾਊਨਲੋਡ ਕਰਾਂਗੇ। ਜੇ ਆਪਣੇ ਕੋਲ ਨਹੀਂ ਹੈਗਾ ਤਾਂ ਆਪਾਂ ਉਹਨੂੰ ਇੰਸਟਾਲ ਕਰਾਂਗੇ। ਨੋਰਮਲ ਸਟੈਪਸ ਨੇ ਹਡੂਪ ਔਰ ਜਾਵਾ ਨੂੰ ਇੰਸਟਾਲ ਕਰਨ ਦੇ। ਠੀਕ ਹੈ, ਇਸ ਤੋਂ ਬਾਅਦ ਕੀ ਹੈ, ਆਪਾਂ ਡਾਊਨਲੋਡ ਕਰਾਂਗੇ ਹਾਈਵ ਨੂੰ। ਆਪਣਾ ਸਟੈਪ ਥਰਡ ਹੈ ਡਾਊਨਲੋਡ ਹਾਈਵ। ਠੀਕ ਹੈ, ਆਪਾਂ ਹਾਈਵ ਨੂੰ ਡਾਊਨਲੋਡ ਕਰਾਂਗੇ। ਹਾਈਵ ਆਪਾਂ ਅਲੱਗ-ਅਲੱਗ ਸੌਫਟਵੇਅਰਸ ਨੇ, ਜੋ ਆਪਾਂ ਨੂੰ ਸਾਈਟ ਤੋਂ ਸਹੀ ਲੱਗਦਾ ਹੋਇਆ ਆਪਾਂ ਉਹ ਡਾਊਨਲੋਡ ਕਰ ਲਾਂਗੇ। ਉਸ ਤੋਂ ਬਾਅਦ ਕੀ ਕਰਾਂਗੇ, ਆਪਾਂ ਇੰਸਟਾਲਿੰਗ ਕਰਾਂਗੇ ਹਾਈਵ ਨੂੰ। ਹਾਈਵ ਨੂੰ ਇੰਸਟਾਲ ਕਰਨ ਦੇ ਵਿੱਚ ਕੀ ਹੋਏਗਾ, ਸਭ ਤੋਂ ਪਹਿਲਾਂ ਆਪਾਂ ਹਾਈਵ ਦਾ ਜਿਹੜਾ ਆਰਚੀਵ ਮਤਲਬ ਕਿ ਹਾਈਵ ਦਾ ਸੌਫਟਵੇਅਰ ਹੈ ਉਹਨੂੰ ਆਪਾਂ ਐਕਸਟਰੈਕਟ ਕਰਾਂਗੇ ਔਰ ਵੈਰੀਫਾਈ ਕਰਾਂਗੇ। ਫਾਈਲਸ ਹੋਣਗੀਆਂ ਉਹਨਾਂ ਨੂੰ ਕਾਪੀ ਕਰਾਂਗੇ ਯੂਜ਼ਰ ਲੋਕਲ ਹਾਈਵ ਡਾਇਰੈਕਟਰੀ ਦੇ ਵਿੱਚ। ਠੀਕ ਹੈ, ਇਹ ਮੋਸਟਲੀ ਸੀ ਡਰਾਈਵ ਦੇ ਵਿੱਚ ਹੋਏਗੀ। ਉੱਥੇ ਆਪਾਂ ਇਹ ਜਿਹੜੀਆਂ ਫਾਈਲਸ ਹੋਣਗੀਆਂ ਸਾਰੀਆਂ ਐਕਸਟਰੈਕਟ ਕਰਨ ਤੋਂ ਬਾਅਦ ਆਪਾਂ ਉਹਨਾਂ ਨੂੰ ਉੱਥੇ ਕਾਪੀ ਕਰਾਂਗੇ। ਉਸ ਤੋਂ ਬਾਅਦ ਆਪਾਂ ਕੀ ਕਰਾਂਗੇ, ਉਹਦਾ ਹਾਈਵ ਦਾ ਜਿਹੜਾ ਐਨਵਾਇਰਨਮੈਂਟ ਹੈ ਉਹਨੂੰ ਸੈੱਟ ਕਰਾਂਗੇ। ਠੀਕ ਹੈ, ਸਟੈਪ 5 ਦੇ ਵਿੱਚ ਕੀ ਹੈ, ਕਨਫੀਗਰਿੰਗ ਹਾਈਵ। ਹਾਈਵ ਨੂੰ ਕਨਫੀਗਰਿੰਗ ਕਰਨ ਲਈ ਆਪਾਂ ਨੂੰ ਹਡੂਪ ਦੀ ਜ਼ਰੂਰਤ ਹੋਏਗੀ। ਹਡੂਪ ਆਪਣੇ ਸਿਸਟਮ ਦੇ ਵਿੱਚ ਪਹਿਲਾਂ ਹੀ ਇੰਸਟਾਲ ਹੈ। ਤਾਂ ਆਪਾਂ ਕੀ ਕਰਾਂਗੇ, ਆਪਾਂ ਐਡਿਟ ਕਰਾਂਗੇ ਜਿਹੜੀ ਹਾਈਵ env.sh ਫਾਈਲ ਹੈ ਜਿਹੜੀ, ਉਹਨੂੰ ਐਡਿਟ ਕਰਾਂਗੇ, ਉਹਨੂੰ ਪਲੇਸ ਕਰ ਦਾਂਗੇ ਜਾ ਕੇ ਜਿਹੜੀ ਡਾਇਰੈਕਟਰੀ ਦਿੱਤੀ ਹੋਈ ਹੈ ਹਾਈਵ ਹੋਮ ਕੌਨਫ ਡਾਇਰੈਕਟਰੀ, ਉਹਦੇ ਵਿੱਚ ਜਾ ਕੇ ਉਹਨੂੰ ਪਲੇਸ ਕਰ ਦਾਂਗੇ ਜਿਹੜੀ ਉਹ ਆਪਣੇ ਕੋਲੇ ਫਾਈਲ ਹੋਏਗੀ। ਉਸ ਤੋਂ ਬਾਅਦ ਆਪਣੀ ਕੀ ਹੈ, ਜਿਹੜੀ ਹਾਈਵ ਦੀ ਇੰਸਟਾਲੇਸ਼ਨ ਕੰਪਲੀਟ ਹੋ ਜਾਏਗੀ। ਇੱਥੇ ਆਪਾਂ ਨੂੰ ਹੁਣ ਐਕਸਟਰਨਲ ਡੇਟਾਬੇਸ ਸਰਵਰ ਚਾਹੀਦਾ ਜਿਹੜਾ ਕਿ ਮੈਟਾ ਸਟੋਰ ਨੂੰ ਕਨਫੀਗਰੇਸ਼ਨ ਕਰੇ। ਠੀਕ ਹੈ, ਤਾਂ ਆਪਾਂ ਇਹਦੇ ਵਾਸਤੇ ਕੀ ਯੂਜ਼ ਕਰਾਂਗੇ, ਅਪਾਚੇ ਡਰਬੀ ਡੇਟਾਬੇਸ। ਠੀਕ ਹੈ, ਕਿਹੜਾ ਡੇਟਾਬੇਸ ਯੂਜ਼ ਕਰਾਂਗੇ, ਅਪਾਚੇ ਡਰਬੀ ਡੇਟਾਬੇਸ। ਆਪਾਂ ਕੀ ਕਰਾਂਗੇ ਇਹਦੇ ਵਾਸਤੇ, ਫਿਰ ਆਪਾਂ ਨੂੰ ਡਾਊਨਲੋਡ ਤੇ ਇੰਸਟਾਲ ਕਰਨਾ ਪਏਗਾ ਅਪਾਚੇ ਡਰਬੀ। ਠੀਕ ਹੈ, ਆਪਾਂ ਅਪਾਚੇ ਡਰਬੀ ਨੂੰ ਡਾਊਨਲੋਡ ਕਰਾਂਗੇ। ਠੀਕ ਹੈ, ਡਾਊਨਲੋਡਿੰਗ ਦੇ ਨਾਲ ਹੀ ਆਪਾਂ ਕੀ ਕਰਾਂਗੇ, ਉਸ ਤੋਂ ਬਾਅਦ ਉਹਨੂੰ ਐਕਸਟਰੈਕਟ ਕਰਾਂਗੇ, ਸੇਮ ਵੈਰੀਫਾਈ ਕਰਾਂਗੇ ਡਰਬੀ ਆਰਚੀਵ ਨੂੰ, ਉਹਦੀਆਂ ਫਾਈਲਸ ਨੂੰ ਕਾਪੀ ਕਰ ਦਾਂਗੇ ਜਾ ਕੇ, ਜਿਵੇਂ ਪਹਿਲਾਂ ਆਪਾਂ ਕੀ ਕੀਤਾ ਸੀ ਹਾਈਵ ਡਾਇਰੈਕਟਰੀ ਦੇ ਵਿੱਚ ਕਾਪੀ ਕੀਤਾ ਸੀ। ਹੁਣ ਆਪਾਂ ਕੀ ਕਰਾਂਗੇ, ਜਾ ਕੇ ਡਰਬੀ ਡਾਇਰੈਕਟਰੀ ਦੇ ਵਿੱਚ ਜਿਹੜੀ ਬਣੀ ਹੋਏਗੀ ਉਹਦੇ ਵਿੱਚ ਜਾ ਕੇ ਫਾਈਲਸ ਨੂੰ ਕਾਪੀ ਕਰਾਂਗੇ, ਐਨਵਾਇਰਨਮੈਂਟ ਸੈੱਟ ਕਰਾਂਗੇ। ਉਸ ਤੋਂ ਬਾਅਦ ਕੀ ਕਰਾਂਗੇ ਕਿ ਡਾਇਰੈਕਟਰੀ ਕ੍ਰੀਏਟ ਕਰਾਂਗੇ ਜਿੱਥੇ ਆਪਣਾ ਮੇਟਾ ਸਟੋਰ ਹੈ ਉਹ ਸਟੋਰ ਹੋ ਸਕੇ। ਡਾਇਰੈਕਟਰੀ ਦਾ ਨਾਮ ਆਪਾਂ ਰੱਖ ਦਾਂਗੇ ਡਰਬੀ ਹੋਮ ਡਾਇਰੈਕਟਰੀ। ਠੀਕ ਹੈ, ਜਿੱਥੇ ਮੇਟਾ ਸਟੋਰ ਹੈ ਜਿਹੜਾ ਉਹਦਾ ਡੇਟਾ ਜਿਹੜਾ ਉਹ ਸਟੋਰ ਹੋਵੇ। ਫਿਰ ਕਨਫਿਗਰਿੰਗ ਕਰਾਂਗੇ ਮੇਟਾ ਸਟੋਰ ਆਫ ਹਾਈਵ। ਹਾਈਵ ਦਾ ਜਿਹੜਾ ਮਤਲਬ ਕਿ ਕਨਫਿਗਰਿੰਗ ਮੇਟਾ ਸਟੋਰ ਮੀਨਸ ਸਪੈਸੀਫਾਈਂਗ ਟੂ ਹਾਈਵ ਵੇਅਰ ਦਾ ਡੇਟਾਬੇਸ ਇਜ਼ ਸਟੋਰ। ਠੀਕ ਹੈ, ਆਪਾਂ ਮੇਟਾ ਸਟੋਰ ਦੇ ਵਿੱਚ ਮਤਲਬ ਕਿ ਕਨਫਿਗਰੇਸ਼ਨ ਕਰਾਂਗੇ ਕਿੱਥੇ ਆਪਣਾ ਜਿਹੜਾ ਡੇਟਾਬੇਸ ਹੈ ਉਹ ਸਟੋਰ ਹੋਵੇ। ਆਪਾਂ ਉਹਦੇ ਵਿੱਚ ਕੀ ਹੈ, ਜਿਹੜੀ ਹਾਈਵ site.xml ਫਾਈਲ ਹੈ ਉਹਨੂੰ ਐਡਿਟ ਕਰਾਂਗੇ, ਉਹਨੂੰ ਕਿੱਥੇ ਕਾਪੀ ਪੇਸਟ ਕਰ ਦਾਂਗੇ, ਹਾਈਵ ਹੋਮ ਕੌਨਫ ਡਾਇਰੈਕਟਰੀ ਦੇ ਵਿੱਚ ਜਾ ਕੇ। ਲਾਸਟ 'ਤੇ ਆਪਾਂ ਕੀ ਕਰਾਂਗੇ, ਜਿਹੜੀ ਹਾਈਵ ਦੀ ਇੰਸਟਾਲੇਸ਼ਨ ਹੈ ਉਹਨੂੰ ਵੈਰੀਫਾਈ ਕਰਾਂਗੇ। ਮਤਲਬ ਕਿ ਉਹਨੂੰ ਹਾਈਵ ਨੂੰ ਚਲਾਉਣ ਤੋਂ ਪਹਿਲਾਂ ਆਪਾਂ ਕੀ ਕਰਾਂਗੇ, ਕ੍ਰੀਏਟ ਕਰਾਂਗੇ ਟੈਂਪ ਫੋਲਡਰ ਐਂਡ ਸੈਪਰੇਟ ਹਾਈਵ ਫੋਲਡਰ ਇਨ HDFS ਦੇ ਵਿੱਚ। ਠੀਕ ਹੈ, ਹਾਈਵ ਡਿਵੈਲਪਮੈਂਟ ਫਾਈਲ ਸਿਸਟਮ ਦੇ ਵਿੱਚ ਜਾ ਕੇ ਆਪਾਂ ਇਹ ਜਿਹੜੀਆਂ ਦੋ ਫੋਲਡਰ ਨੇ ਉਹਨਾਂ ਨੂੰ ਕ੍ਰੀਏਟ ਕਰਾਂਗੇ। ਉਸ ਤੋਂ ਬਾਅਦ ਕੀ ਕਰਾਂਗੇ, ਯੂਜ਼ਰ ਵਿਊ ਹਾਈਵ ਵੇਅਰ ਹਾਊਸ ਫੋਲਡਰ ਹੈ ਜਿਹੜਾ ਆਪਾਂ ਉਹ ਯੂਜ਼ ਕਰ ਸਕਦੇ ਹਾਂ ਸਾਰੇ ਕੰਮ ਦੇ ਲਈ। ਨੈਕਸਟ ਟੌਪਿਕ ਹੈ SQL ਵਰਸਿਸ HQL। ਠੀਕ ਹੈ, ਇਹਦੇ 'ਚ ਕੀ ਹੈ, ਜਿਹੜੀ ਸਟਰਕਚਰਡ ਕੁਐਰੀ ਲੈਂਗੁਏਜ ਮਤਲਬ ਕਿ SQL ਕੀ ਹੁੰਦੀ ਹੈ, ਇਹ ਡੇਟਾਬੇਸ ਲੈਂਗੁਏਜ ਹੈ ਜਿਹੜੀ ਯੂਜ਼ ਹੁੰਦੀ ਹੈ ਕਿਹਦੇ ਕੰਸੈਪਟ ਵਾਸਤੇ, ਰਿਲੇਸ਼ਨਲ ਡੇਟਾਬੇਸ ਮੈਨੇਜਮੈਂਟ ਵਾਸਤੇ, ਡੇਟੇ ਨੂੰ ਮੈਨੇਜ ਕਰਨ ਵਾਸਤੇ। ਇਹ ਟੌਪਿਕ ਤੁਸੀਂ ਪਹਿਲਾਂ ਵੀ ਪੜ੍ਹੇ ਹੋਣਗੇ। ठीक है। द मैनेजिंग ऑफ द डेटा इंक्लूडेड select reviews the data from a single or multiple tables, insert
ਐਡ वन और मोर रो, ठीक है। ਇਹਦੇ ਵਿੱਚ ਕੀ ਕਰਾਂਗੇ, ਇਹ 'ਚ ਸਿਲੈਕਟ ਦੀ ਕਮਾਂਡ ਹੁੰਦੀ ਹੈ, ਇਨਸਰਟ ਦੀ ਕਮਾਂਡ ਹੁੰਦੀ ਹੈ, ਡਿਲੀਟ ਦੀ ਕਮਾਂਡ ਹੁੰਦੀ ਹੈ, ਅਪਡੇਟ ਦੀ ਕਮਾਂਡ ਹੁੰਦੀ ਹੈ। ਇਹਨਾਂ ਕਮਾਂਡ ਦੇ ਥਰੂ ਆਪਾਂ ਕੀ ਹੈ ਡੇਟੇ ਨੂੰ ਮੈਨੂਪੂਲੇਟ ਕਰਦੇ ਹਾਂ, ਰਿਟਰੀਵ ਕਰਦੇ ਹਾਂ, ਚੈੱਕ ਕਰਦੇ ਹਾਂ, ਠੀਕ ਹੈ, ਐਨਾਲਾਈਜ਼ ਕਰਦੇ ਹਾਂ। ਸੇਮ ਜਿਹੜੀ HQL ਹੁੰਦੀ ਹੈ ਉਹ ਕਿਹੜੀ ਹੁੰਦੀ ਹੈ, ਹਾਈਬਰਨੇਟ ਕੁਐਰੀ ਲੈਂਗੁਏਜ, ਜਿਹੜੀ ਕਿਹਦਾ ਕੰਸੈਪਟ ਹੁੰਦੀ ਹੈ ਇਹ, ਆਬਜੈਕਟ ਓਰੀਐਂਟਡ ਪ੍ਰੋਗਰਾਮਿੰਗ ਟੂ ਐਗਜ਼ਿਸਟਿੰਗ ਸੀਕੁਅਲ, ਠੀਕ ਹੈ। ਇਹ ਈਜ਼ੀ ਟੂ ਲਰਨ ਹੁੰਦੀ ਹੈ, ਇਹ 'ਚ ਸਿੰਟੈਕਸ ਸੇਮ ਹੁੰਦੇ ਨੇ ਸੀਕੁਅਲ ਦੀ ਤਰ੍ਹਾਂ, ਠੀਕ ਹੈ। ਇਹਦੇ ਵਿੱਚ ਮਤਲਬ ਕਿ ਐਗਰੀਗੇਟ ਫੰਕਸ਼ਨ ਐਂਡ ਗਰੁੱਪ ਹੁੰਦੇ ਨੇ, ਠੀਕ ਹੈ। ਉਹ ਉਹਨਾਂ ਦੇ ਵਿੱਚ ਕੀ ਆਰਡਰ ਹੁੰਦੇ ਨੇ, ਠੀਕ ਹੈ, ਕਲੌਜ਼ਿਸ ਦੇ ਰੂਪ ਦੇ ਵਿੱਚ। ਤੇ HQL ਦੇ ਆਪਾਂ ਫੀਚਰਸ ਦੇਖ ਰਹੇ ਨੇ ਵੀ ਕਿਹੜੇ ਕਿਹੜੇ ਹੁੰਦੇ ਨੇ। ਸਭ ਤੋਂ ਪਹਿਲਾਂ ਤਾਂ ਕੀ ਇਹ ਸੀਕੁਅਲ ਕੁਐਰੀਜ਼ ਨੂੰ ਕਿਹੜੀ ਫਾਰਮ ਦੇ ਵਿੱਚ ਸ਼ੋਅ ਕਰਦੀ ਹੈ, ਆਬਜੈਕਟਸ ਤੇ ਉਹਦੀਆਂ ਪ੍ਰੋਪਰਟੀ ਦੀ ਫਾਰਮ ਦੇ ਵਿੱਚ, ਠੀਕ ਹੈ। ਉਸ ਤੋਂ ਬਾਅਦ ਕੀ ਹੈ ਇਹਦੇ 'ਚ ਜਿਹੜਾ ਰਿਜ਼ਲਟ ਹੈ ਉਹ ਪਲੇਨ ਡੇਟਾ ਨਹੀਂ ਹੁੰਦਾ, ਉਹ ਕੰਬੀਨੇਸ਼ਨ ਹੁੰਦਾ ਆਬਜੈਕਟਸ ਦਾ, ਠੀਕ ਹੈ, ਜਿਹੜੇ ਕੀ ਹੁੰਦੇ ਨੇ ਮੋਡੀਫਾਈ ਕੀਤੇ ਹੁੰਦੇ ਨੇ ਪ੍ਰੋਗਰਾਮੈਟਿਕਲੀ, ਠੀਕ ਹੈ। HQL ਈਵਨ ਰਿਟਰਨਸ ਦਾ ਚਾਈਲਡ ਆਬਜੈਕਟਸ ਐਟ ਪਾਰਟ ਆਫ ਕੁਐਰੀ ਰਿਜ਼ਲਟ, ਠੀਕ ਹੈ। ਮਤਲਬ ਕਿ ਇਹ ਰਿਜ਼ਲਟ ਦੇ ਰੂਪ ਦੇ ਵਿੱਚ ਆਪਾਂ ਨੂੰ ਚਾਈਲਡ ਆਬਜੈਕਟਸ ਵੀ ਆਪਾਂ ਨੂੰ ਸ਼ੋਅ ਕਰ ਦਿੰਦਾ। ਇਹਦੇ ਵਿੱਚ ਕਿਹੜੇ ਕਿਹੜੇ ਕੰਸੈਪਟਸ ਹੁੰਦੇ ਨੇ, ਪੈਗੀਨੇਸ਼ਨ, ਡਾਇਨਾਮਿਕ ਪ੍ਰੋਫਾਈਲਿੰਗ, ਠੀਕ ਹੈ, ਇਹਦੇ ਐਵੇਂ ਐਟਸੈਕਟਰਾ ਹੋ ਗਏ, ਠੀਕ ਹੈ, ਜਿਨ੍ਹਾਂ ਨੂੰ ਆਪਾਂ ਜਿਹੜੇ ਸੀਕੁਅਲ ਡਿਵੈਲਪਰਸ ਦੇ ਤੋਂ ਅਨਨੋਨ ਹੁੰਦੇ ਨੇ, ਠੀਕ ਹੈ। ਆਪਾਂ ਕੀ ਕਰ ਸਕਦੇ ਹਾਂ, ਡੇਟਾਬੇਸ ਟਾਈਪ ਇੰਡੀਪੈਂਡੈਂਟ ਕੁਐਰੀਜ਼ ਨੂੰ ਲਿਖ ਸਕਦੇ ਹਾਂ HQL ਦੇ ਵਿੱਚ, ਠੀਕ ਹੈ। ਜਿਹੜੀਆਂ ਬਾਅਦ ਦੇ ਵਿੱਚ ਕੀ ਹੈ ਜਦੋਂ ਆਪਾਂ ਕੋਈ ਵੀ ਆਪਣਾ ਡੇਟਾਬੇਸ ਨੂੰ ਰਨ ਕਰਦੇ ਹਾਂ ਉਸ ਟਾਈਮ ਦੇ ਉੱਪਰ ਉਹ ਕਨਵਰਟ ਹੋ ਜਾਂਦੀਆਂ ਨੇ ਸੀਕੁਅਲ ਕੁਐਰੀਜ਼ ਦੇ ਵਿੱਚ, ਠੀਕ ਹੈ। ਮਤਲਬ ਕਿ ਇਹ ਊਪ ਦਾ ਕੰਸੈਪਟ ਹੈ ਜਿਹਦੇ ਵਿੱਚ ਇਨਹੈਰੀਟੈਂਸ ਵੀ ਆ ਜਾਂਦੀ ਹੈ, ਮਤਲਬ ਕਿ ਆਬਜੈਕਟਸ ਤੇ ਪ੍ਰੋਪਰਟੀਜ਼ ਸ਼ੋ ਹੁੰਦੀਆਂ ਨੇ। ਤੇ ਜਿਹੜਾ ਸੀਕੁਅਲ ਸੀ ਉਹਦੇ ਵਿੱਚ ਇੱਕ ਨੋਰਮਲ ਇੱਕ ਪਲੇਨ ਡੇਟਾਬੇਸ ਹੈ ਜਿਹੜਾ ਉਹ ਸ਼ੋ ਕੀਤਾ ਜਾਂਦਾ, ਠੀਕ ਹੈ। ਹੁਣ ਆਪਣਾ ਕੀ ਆ ਗਿਆ ਡਿਫਰੈਂਸ ਹੈ ਬਿਟਵੀਨ ਸੀਕੁਅਲ ਐਂਡ HQL, ਦੋਨਾਂ ਦੇ ਵਿੱਚ ਡਿਫਰੈਂਸ ਕੀ ਹੈ। ਸਭ ਤੋਂ ਪਹਿਲਾਂ ਕੀ ਹੈ, ਸੀਕੁਅਲ ਕਾਹਦੇ ਤੇ ਬੇਸਡ ਹੈ, ਰਿਲੇਸ਼ਨਲ ਡੇਟਾਬੇਸ ਮਾਡਲ ਤੇ ਜਿਹੜੀ HQL ਹੈ ਉਹ ਕਾਹਦਾ ਕੰਬੀਨੇਸ਼ਨ ਹੈ, ਆਬਜੈਕਟ ਓਰੀਐਂਟਡ ਪ੍ਰੋਗਰਾਮਿੰਗ ਦਾ, ਜਿਹਦੇ ਵਿੱਚ ਕੀ ਹੈ ਰਿਲੇਸ਼ਨਲ ਡੇਟਾਬੇਸ ਕੰਸੈਪਟਸ ਵੀ ਸ਼ਾਮਿਲ ਹੁੰਦੇ ਨੇ, ਠੀਕ ਹੈ। ਸੀਕੁਅਲ ਕੀ ਹੈ, ਮੈਨੂਪੂਲੇਟਸ ਡੇਟਾ ਸਟੋਰਡ ਇਨ ਟੇਬਲਸ ਐਂਡ ਮੋਡੀਫਾਈਡਸ ਇਟਸ ਰੋਜ਼ ਐਂਡ ਕਾਲਮਸ, ਠੀਕ ਹੈ। ਇਹ ਮੈਨੂਪੂਲੇਟ ਕਰਦੀ ਹੈ ਜਿਹੜਾ ਡੇਟਾ ਟੇਬਲਸ ਦੇ ਵਿੱਚ ਸੈੱਟ ਹੁੰਦਾ ਜਾਂ ਰੋਜ਼ ਤੇ ਕਾਲਮ ਦੇ ਰੂਪ ਦੇ ਵਿੱਚ ਸੈੱਟ ਹੁੰਦਾ। ਤੇ ਉਧਰ ਜਿਹੜੀ HQL ਹੈ ਉਹਦੇ 'ਚ ਕੀ ਹੈ, ਪਹਿਲਾਂ ਵੀ ਦੱਸਿਆ ਆਬਜੈਕਟਸ ਤੇ ਪ੍ਰੋਪਰਟੀਜ਼ ਆ ਜਾਂਦੀਆਂ ਨੇ, ਠੀਕ ਹੈ। ਸੀਕੁਅਲ ਕੀ ਹੈ, ਉਹਦੇ ਵਿੱਚ ਹੁੰਦੀ ਹੈ ਰਿਲੇਸ਼ਨਸ਼ਿਪ ਬਿਟਵੀਨ ਟੂ ਟੇਬਲਸ ਵਾਈਲ HQL ਕੰਸੀਡਰ ਦਾ ਰਿਲੇਸ਼ਨ ਬਿਟਵੀਨ ਟੂ ਆਬਜੈਕਟਸ, ਠੀਕ ਹੈ। ਸੀਕੁਅਲ ਦੇ ਵਿੱਚ ਟੂ ਟੇਬਲਸ ਦੀ ਰਿਲੇਸ਼ਨਸ਼ਿਪ ਹੁੰਦੀ ਹੈ ਔਰ ਸੇਮ HQL ਦੇ ਵਿੱਚ ਟੂ ਆਬਜੈਕਟਸ ਦੀ ਜਿਹੜੀ ਰਿਲੇਸ਼ਨ ਹੈ ਉਹ ਸ਼ੋ ਹੁੰਦੀ। ਸੋ ਇਹ ਸੀ ਆਪਣੇ ਅੱਜ ਦੇ ਟੌਪਿਕ ਜਿਹਦੇ 'ਚ ਆਪਾਂ ਹਾਈਵ ਨੂੰ ਇੰਸਟਾਲ ਕਰਨਾ ਦੇਖਿਆ ਔਰ ਸੀਕੁਅਲ ਔਰ HQL ਦੋ ਲੈਂਗੁਏਜਸ ਦੀ ਆਪਸ ਦੇ ਵਿੱਚ ਡਿਫਰੈਂਸ ਦੇਖਿਆ ਵੀ ਦੋਨਾਂ ਦਾ ਆਪਸ 'ਚ ਫਰਕ ਕੀ ਹੈ, ਠੀਕ ਹੈ। ਸੋ ਜੇ ਕਿਸੇ ਨੂੰ ਕੋਈ ਡਾਊਟ ਹੈ ਫਿਰ ਵੀ ਤਾਂ ਉਹ ਮੈਨੂੰ ਪਰਸਨਲੀ ਕਾਲ ਜਾਂ ਮੈਸੇਜ ਕਰਕੇ ਆਪਣਾ ਡਾਊਟ ਹੈ ਕਲੀਅਰ ਕਰ ਸਕਦਾ। ਓਕੇ, ਥੈਂਕ ਯੂ ਐਵਰੀਵਨ।